ਜਿਹੜੀ ਰਾਜਨੀਤੀ ਹੈ ਇਹਨਾਂ ਧਮਾਕਿਆਂ ਦੀ ਹੀ ਰਾਜਨੀਤੀ ਬਣ ਕੇ ਰਹਿ ਗਈ ਪਿਛਲੇ 7-8 ਸਾਲਾਂ ਤੋਂ। ਮੈਨੂੰ ਨਹੀਂ ਲੱਗਦਾ ਕਿ ਲੋਕਲ ਇਸ਼ੂਜ਼ ਉੱਥੇ ਵਿਚਾਰੇ ਜਾ ਰਹੇ ਨੇ, ਉੱਥੇ ਡਿਸਕਸ ਹੋ ਰਹੇ ਨੇ, ਮੁੱਦੇ ਤਾਂ ਕੁਝ ਹੋਰ ਹੀ ਚੱਲਦੇ ਪਏ ਹੋਏ ਨੇ। ਉੱਥੇ ਇੱਕ ਮੰਤਰੀ ਦੀ ਇੱਕ ਸੀਡੀ ਦਾ ਰੌਲਾ ਪੈ ਗਿਆ, ਉਸ ਨੂੰ ਵੀ ਇਸ ਮੌਕੇ ਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਬੜੇ ਸੈਂਸਿਟਿਵ ਟਾਈਮ ਤੇ ਜਾ ਕੇ ਲਿਆ ਕੇ ਖੋਲ੍ਹਿਆ ਗਿਆ। ਇੰਨੇ ਸਾਲਾਂ ਦਾ ਉਸ ਪੀੜਤ ਨੂੰ ਕਦੇ ਕੋਈ ਫਿਕਰ ਹੀ ਨਹੀਂ ਸੀ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਹੋਈ, ਲੇਕਿਨ ਅਚਾਨਕ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਬਾਈ ਇਲੈਕਸ਼ਨ ਤੋਂ ਪਹਿਲਾਂ ਹਾਲਾਤ ਦੇਖ ਕੇ ਉਸ ਪੂਰੇ ਦੇ ਪੂਰੇ ਵਿਵਾਦ ਨੂੰ ਖੜਾ ਕਰਤਾ ਜਾਂਦਾ ਹੈ। ਸਾਰੀ ਦੀ ਸਾਰੀ ਰਾਜਨੀਤੀ ਵਰਚਸਵ ਦੀ ਲੜਾਈ ਹੈ, ਇੱਕ ਦੂਸਰੇ ਨਾਲੋਂ ਲੱਤ ਆਪਣੀ ਉੱਤੇ ਰੱਖਣਾ ਤੇ ਬਰਾਉਨੀ ਪੁਆਇੰਟ ਜਿਹੜੇ ਪੋਲੀਟੀਕਲ ਬਰਾਉਨੀਜ਼ ਜਿਹਨੂੰ ਕਹਿੰਦੇ ਆ ਉਹ ਸਕੋਰ ਕਰਨ ਦੀ ਰਾਜਨੀਤੀ ਹੈ। ਇੰਨੀ ਇੰਪੋਰਟੈਂਸ ਬੀਜੇਪੀ ਵੱਡੇ ਪੱਧਰ ਤੇ ਜਿਮਨੀ ਚੋਣ ਨੂੰ ਦੇ ਰਹੀ। ਸੋ ਕਹਿੰਦੇ ਨੇ ਕਿ ਹਮਾਮ ਦੇ ਵਿੱਚ ਸਾਰੇ ਇੱਕੋ ਜਿਹੇ ਨੰਗੇ ਹੈਗੇ ਨੇ। ਅੱਜ ਕੋਈ ਕਹਿ ਦੇਵੇ ਜੀ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਇਮਾਨਦਾਰ ਹਾਂ, ਮੈਂ ਕੱਟੜ ਇਮਾਨਦਾਰ ਹਾਂ, ਉਹ ਸਾਰੀਆਂ ਗੱਲਾਂ ਬਾਤਾਂ ਰਹਿ ਗਈਆਂ। ਹੁਣ ਸਭ ਨੂੰ ਦਿਸਦਾ ਪਿਆ ਤੁਸੀਂ ਕਿਸ ਤਰੀਕੇ ਦੇ ਨਾਲ ਲੀਡਰਾਂ ਨੂੰ ਦੂਸਰੀ ਪਾਰਟੀਆਂ ਤੋਂ ਆਪਣੇ ਨਾਲ ਸ਼ਾਮਲ ਕਰਵਾਉਂਦੇ ਹੋ। ਤੇ ਡਰਾਇਆ ਧਮਕਾਇਆ ਗਿਆ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਪੋਸਟਰ ਚੱਕੇ ਸੀ, ਫੋਟੋਆਂ ਚੱਕੀਆਂ ਸੀ ਜਾਂ ਇਕੱਠ ਨਹੀਂ ਹੋਣ ਦੇਣਾ ਜਿੱਥੇ ਵੀ ਸਿੱਧੂ ਮੂਸੇਵਾਲੇ ਦੇ ਮਾਪਿਓ ਜਾ ਰਹੇ ਸੀਗੇ। ਇਹ ਵੀ ਬਦਲਾਵ ਦੀ ਤਾਂ ਕੋਈ ਨਿਸ਼ਾਨੀ ਨਹੀਂ ਹੋਈ। ਅੱਜ ਜਲੰਧਰ ਜਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਨੇ, ਪਰ ਜਿਮਨੀ ਚੋਣ 'ਚ ਪ੍ਰਚਾਰ ਕਿਹੜੇ ਮੁੱਦਿਆਂ ਤੇ ਹੋਇਆ, ਕੀ ਉਹ ਵਾਕਈ ਜਲੰਧਰ ਦੇ ਲੋਕਾਂ ਲਈ ਇੱਕ ਵੱਡਾ ਕੰਸਰਨ ਸੀਗੇ ਜਾਂ ਨਹੀਂ ਸੀਗੇ, ਅੱਜ ਉਹਦੇ ਬਾਰੇ ਕਰਾਂਗੇ ਗੱਲਬਾਤ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਕੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ ਜੀ। ਰਿਤੇਸ਼ ਜੀ, ਜਿਮਨੀ ਚੋਣ ਤਾਂ ਹੋ ਜਾਂਦੀ ਹੈ, ਪਰ ਉਹਦੇ ਅੰਦਰ ਜਿਹੜੇ ਐਤਕੀ ਜਲੰਧਰ ਚੋਣ ਵੇਲੇ ਜਿਹੜੇ ਮੁੱਦੇ ਜਾਂ ਜਿਨ੍ਹਾਂ ਮੁੱਦਿਆਂ ਤੇ ਪ੍ਰਚਾਰ ਕੀਤਾ ਗਿਆ, ਕੀ ਉਹ ਲੋਕਲ ਜਿਹੜੇ ਲੋਕ ਸੀ ਜਿਹੜੇ ਵੋਟ ਪਾਉਣ ਜਾ ਰਹੇ ਆ ਉਹਨਾਂ ਦੇ ਰਿਲੇਟਡ ਸੀ? ਕਿ ਉਹਨਾਂ ਦੇ ਕੋਈ ਜਿਹੜੇ ਲੋਕਲ ਮੁੱਦੇ ਨੇ, ਜਿਹੜੇ ਸਥਾਨਕ ਮੁੱਦੇ, ਉਹ ਟੇਕ ਅਪ ਕੀਤੇ ਗਏ ਜਾਂ ਤੁਹਾਨੂੰ ਕਿਹੜੇ ਮੁੱਦੇ ਲੱਗਦੇ ਆ ਐਤਕੀ ਹਾਵੀ ਰਹੇ? ਦੇਖੋ ਸ਼ੁਭਕਰਮਨ, ਇਹ ਜਿਹੜਾ ਜ਼ਿਮਨੀ ਚੋਣ ਦਾ ਕਨਸੈਪਟ ਹੈ ਤੇ ਖਾਸ ਕਰਕੇ ਉਹ ਜ਼ਿਮਨੀ ਚੋਣ ਜਿਹੜਾ ਕਿ ਲੋਕ ਸਭਾ ਦੀ ਕਿਸੇ ਵੀ ਸੀਟ ਲਈ, ਪਾਰਲੀਮੈਂਟਰੀ ਸੀਟ ਲਈ ਹੋ ਰਿਹਾ ਹੋਵੇ ਤੇ ਉਹ ਉਸ ਸਾਲ ਦੇ ਵਿੱਚ ਹੋ ਰਿਹਾ ਹੋਵੇ ਜਿਸ ਤੋਂ ਠੀਕ 1 ਸਾਲ ਬਾਅਦ ਵੈਸੇ ਹੀ ਉਸ ਚੋਣ ਨੂੰ ਦੁਬਾਰਾ ਹੋਣਾ ਹੈ। ਯਾਨੀ ਕਿ 2024 ਦੇ ਵਿੱਚ ਅਸੀਂ ਦੇਖਾਂਗੇ ਕਿ ਲੋਕ ਸਭਾ ਦੀਆਂ ਭਾਰਤ ਦੀ ਕੌਮੀ ਪੱਧਰ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ, ਇਲੈਕਸ਼ਨ ਹੋਣੇ ਨੇ। ਸੋ 10 ਸਾਲ ਦੀ ਟਰਮ ਨਰਿੰਦਰ ਮੋਦੀ ਦੀ ਐਜ਼ ਏ ਪ੍ਰਧਾਨ ਮੰਤਰੀ ਖਤਮ ਹੋਏਗੀ। ਸੋ ਉਸ ਵਕਤ ਫਿਰ ਇਹੀ ਸੀਟ, ਇਸੇ ਸੀਟ ਜਲੰਧਰ ਦੀ ਸੀਟ ਉੱਤੇ ਚੋਣ ਹੋਏਗਾ। ਸੋ ਕਿਉਂਕਿ ਚੌਧਰੀ ਸੰਤੋਖ ਸਿੰਘ ਜੋ ਕਿ ਇੱਥੋਂ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਸੀ, ਉਹਨਾਂ ਦੀ ਮੌਤ ਹੋ ਜਾਂਦੀ ਹੈ, ਉਹਨਾਂ ਦਾ ਦੇਹਾਂਤ ਦੇ ਕਾਰਨ ਇਸ ਜ਼ਿਮਨੀ ਚੋਣ ਦੀ ਲੋੜ ਪਈ ਜਾਂ ਨੌਬਤ ਆਈ। ਲੇਕਿਨ ਬੜੇ ਵੱਡੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹ ਇਹ ਵੀ ਹੈਗੇ ਨੇ ਕਿ ਕੀ ਇਹ ਪ੍ਰਕਿਰਿਆ ਠੀਕ ਆਪਣੇ ਆਪ ਵਿੱਚ ਹੈ ਕਿ ਜੇ ਚੋਣਾਂ ਦੇ ਵਿੱਚ ਕੁਝ ਮਹੀਨੇ ਰਹਿ ਗਏ ਹੁਣ, ਜੇ ਤਾਂ ਦੇਖੋ 6 ਮਹੀਨੇ ਤੋਂ ਘੱਟ ਦਾ ਸਮਾਂ ਹੁੰਦਾ ਤਾਂ ਫਿਰ ਇਹ ਚੋਣ ਨਹੀਂ ਸੀ ਹੋਣੇ ਐਜ਼ ਪਰ ਦਾ ਲਾਅ। ਲੇਕਿਨ ਕਿਉਂਕਿ ਸਮਾਂ ਜ਼ਿਆਦਾ ਸੀ, ਸਾਲ ਤੋਂ ਥੋੜ੍ਹੇ ਜਿਹੇ, ਸਾਲ ਜਾਂ ਸਵਾ ਕੁ ਸਾਲ ਦੇ ਆਸ-ਪਾਸ ਸਮਾਂ ਹੈ, ਅਤੇ ਇਸ ਦੌਰਾਨ ਜਲੰਧਰ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਉੱਥੋਂ ਦੇ ਪਾਰਲੀਮੈਂਟੇਰੀਅਨ ਦੇ ਕੋਲ ਜਿਹੜੀਆਂ ਗ੍ਰਾਂਟਸ ਹੈਗੀਆਂ ਨੇ ਸਥਾਨਕ ਲੋਕਲ ਵਿਕਾਸ ਲਈ, ਆਪਣੇ ਹਲਕੇ ਦੇ ਵਿਕਾਸ ਲਈ, ਜਿਸ ਨੂੰ MP ਲੈਡਸ ਕਿਹਾ ਜਾਂਦਾ ਹੈ, ਲੋਕਲ ਏਰੀਆ ਡਿਵੈਲਪਮੈਂਟ ਸਕੀਮ ਦੇ ਤਹਿਤ ਜਿਹੜੀ ਡਿਸਕ੍ਰਿਸ਼ਨਰੀ ਗ੍ਰਾਂਟਸ ਹੁੰਦੀਆਂ ਨੇ ਉਹਨਾਂ ਨੂੰ ਯੂਟੀਲਾਈਜ਼ ਕਰਨਾ ਹੁੰਦਾ ਹੈ, ਇਲਾਕੇ ਦੀ ਤਰੱਕੀ ਦਾ ਵਿਸ਼ਾ ਹੁੰਦਾ ਹੈ। ਸੋ ਇਸ ਕਰਕੇ ਇਸ ਜ਼ਿਮਨੀ ਚੋਣ ਨੂੰ ਕਰਾਉਣਾ ਪਿਆ। ਲੇਕਿਨ ਜਿਸ ਤਰੀਕੇ ਦਾ ਆਪਾਂ ਪ੍ਰਚਾਰ ਦੇਖਿਆ, ਜਿਸ ਤਰੀਕੇ ਦੇ ਆਪਾਂ ਮੁੱਦੇ ਦੇਖੇ, ਜਿਸ ਤਰੀਕੇ ਦੇ ਆਪਾਂ ਨੈਰੇਟਿਵ ਬਣਦੇ ਵਿਗੜਦੇ ਹੋਏ ਵੇਖੇ, ਜਿਸ ਤਰੀਕੇ ਦੀਆਂ ਗਤੀਵਿਧੀਆਂ ਕਾਰਵਾਈਆਂ ਦੇਖੀਆਂ, ਅੰਮ੍ਰਿਤਸਰ ਦੇ ਵਿੱਚ ਜੋ ਹੋ ਰਿਹਾ, ਜਿਹੜੇ ਹੈਰੀਟੇਜ ਸਟਰੀਟ ਉੱਤੇ 2 ਐਕਸਪਲੋਜਨ ਹੁੰਦੇ ਨੇ, ਧਮਾਕੇ ਹੁੰਦੇ ਨੇ, ਆਪਾਂ ਨੂੰ ਪਤਾ ਵੀ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹਨਾਂ ਧਮਾਕਿਆਂ ਦੀ ਹੀ ਰਾਜਨੀਤੀ ਬਣ ਕੇ ਰਹਿ ਗਈ ਪਿਛਲੇ 7-8 ਸਾਲਾਂ ਤੋਂ। 2017 ਦੇ ਵਿੱਚ ਇੱਕ ਮੌੜ ਧਮਾਕਾ ਹੋਇਆ ਸੀ ਪੰਜਾਬ ਦੀ ਰਾਜਨੀਤੀ ਦਾ, ਉਸਨੇ ਹੁਲੀਆ ਬਦਲਤਾ ਸੀ, ਤਸਵੀਰ ਤੇ ਭਵਿੱਖ ਬਦਲਤਾ ਸੀ ਪੰਜਾਬ ਦਾ। ਸਿਆਸੀ ਪੂਰਾ ਦਾ ਪੂਰਾ ਜਿਹੜਾ ਕੋਰਸ ਬਦਲ ਗਿਆ ਸੀਗਾ ਇੱਕ ਮੌੜ ਧਮਾਕੇ ਦੇ ਨਾਲ। ਅੱਜ ਤੱਕ ਉਸ ਜਾਂਚ ਦੇ ਵਿੱਚ ਸਿਰੇ ਦੇ ਉੱਤੇ ਜਾਂ ਸਿੱਟੇ ਉੱਤੇ ਜਾਂਚ ਏਜੰਸੀਆਂ ਨਹੀਂ ਪਹੁੰਚ ਪਾਈਆਂ ਨੇ। 2022 ਦੇ ਆਪਣੇ ਵਿਧਾਨ ਸਭਾ ਚੋਣਾਂ ਲੈ ਲਓ, ਉਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਕੋਰਟ ਦੇ ਵਿੱਚ ਬੰਬ ਧਮਾਕਾ ਹੋਇਆ ਜੋ ਕਿ ਅਗੇਨ ਸ਼ਰਾਰਤ ਸੀਗੀ। ਹੁਣ ਅੰਮ੍ਰਿਤਸਰ ਦੇ ਵਿੱਚ ਇਹ ਕੁਝ ਕੀਤਾ ਜਾ ਰਿਹਾ। ਸੋ ਕੀ ਮਾਹੌਲ ਨੂੰ ਖਰਾਬ ਕਰਨ ਲਈ ਸ਼ਰਾਰਤੀ ਅਨਸਰ, ਤਾਂ ਕਿ ਜਿਹੜੇ ਰਾਜਨੀਤਿਕ ਕਹਿ ਸਕਦੇ ਹਾਂ ਇਲੈਕਟੋਰਲ ਇਕੁਏਸ਼ਨਸ ਹੈਗੀਆਂ ਉਹਨਾਂ ਨੂੰ ਗੜਬੜਾਤਾ ਜਾਏ, ਕਿਸੇ ਪਾਰਟੀ ਦੇ ਹੱਕ ਵਿੱਚ ਜਾਂ ਕਿਸੇ ਪਾਰਟੀ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਜਾ ਸਕੇ। ਕੀ ਇਹੀ ਮਕਸਦ ਰਹਿ ਗਏ ਨੇ ਕਿ ਇਹਨਾਂ ਜ਼ਿਮਨੀ ਚੋਣਾਂ ਦਾ ਮਨੋਰਥ ਇਹੀ ਹੈ ਕਿ 5-5, 7-7 ਸਾਲ ਪੁਰਾਣੇ ਜਿਹੜੇ ਸਕੈਂਡਲ ਹੈ ਉਹਨਾਂ ਨੂੰ ਕੱਢ ਕੇ ਦੁਬਾਰਾ ਖੜਾ ਕਰ ਲਿਆ ਜਾਏ? 1 ਸਾਲ ਪਹਿਲਾਂ ਜਿਹੜੇ ਕਤਲ ਹੋਏ ਕਬੱਡੀ ਖਿਡਾਰੀ ਨੇ ਉਹਨਾਂ ਦੇ ਕੇਸਾਂ ਦੇ ਵਿੱਚ ਕਈ ਮਹੀਨਿਆਂ ਤੋਂ ਦਰਜ ਹੋਏ ਪਰਚਿਆਂ ਦੇ ਵਿੱਚ ਗ੍ਰਿਫਤਾਰੀਆਂ ਕਰ ਲਈਆਂ ਜਾਣ, ਅਤੇ ਸਿੱਧੂ ਮੂਸੇਵਾਲਾ ਜਾਂ ਫਿਰ ਉਹ ਲੋਕ ਜੋ ਕਿ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਇੰਨੇ ਸੰਤੁਸ਼ਟ ਨਹੀਂ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਰ ਕੇ ਨਿੱਤਰ ਕੇ ਸਰਕਾਰ ਦੇ ਖਿਲਾਫ ਪ੍ਰਚਾਰ ਕਰਨਾ ਪਏ। ਸੋ ਜੇ ਇਹੀ ਕੁਛ ਇੱਕ ਨੈਰੇਟਿਵ ਹੈ ਇਸ ਜ਼ਿਮਨੀ ਚੋਣ ਦਾ, ਇੱਕ ਜਿਹੜਾ ਕੈਨਵਸ ਜੇ ਆਪਾਂ ਕਹਿ ਲਈਏ ਕਿ ਸਿਰਜਿਆ ਗਿਆ ਹੈ, ਬਣਿਆ ਹੈ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਵਿਅਰਥ, ਇਸ ਤੋਂ ਜ਼ਿਆਦਾ ਵੇਸਟਫੁਲ ਇਲੈਕਸ਼ਨ ਕੋਈ ਹੋਰ ਹੋ ਨਹੀਂ ਸਕਦਾ ਜੋ ਕਿ ਜਲੰਧਰ ਦਾ ਜ਼ਿਮਨੀ ਚੋਣ ਇਸ ਵਕਤ ਆਪਾਂ
ਹੋ ਰਿਹਾ ਜਾਂ ਜਿਸ ਵਿੱਚ ਆਪਾਂ ਵੋਟਾਂ ਪੈਂਦੀਆਂ ਹੋਈਆਂ ਕੁਝ ਘੰਟੇ 'ਚ ਦੇਖਾਂਗੇ। ਜੀ ਰਿਤੇਸ਼ ਜੀ, ਆਮ ਤੌਰ ਤੇ ਜ਼ਿਮਨੀ ਚੋਣਾਂ ਜੇ ਪੈਟਰਨ ਦੇਖਿਆ ਜਾਵੇ, ਜੋ ਸੱਤਾ ਧਿਰ ਹੁੰਦੀ ਹੈ ਜਾਂ ਮੌਜੂਦਾ ਸਰਕਾਰ ਹੁੰਦੀ ਹੈ, ਉਹਦਾ ਪਲੜਾ ਹਮੇਸ਼ਾ ਭਾਰੀ ਮੰਨਿਆ ਜਾਂਦਾ ਹੈ, ਕਿਉਂਕਿ ਜ਼ੋਰ ਹੁੰਦਾ ਸਰਕਾਰ ਹੁੰਦੀਆਂ। ਹੋਰ ਇੰਡੀਆ 'ਚ ਕੋਈ ਫੇਅਰ ਇਲੈਕਸ਼ਨ ਤਾਂ ਹੁੰਦੀ ਨਹੀਂ ਹੈਗੀ, ਜੇ ਗੱਲ ਕੀਤੀ ਜਾਵੇ ਤਾਂ ਕਾਲਾ ਮਾਲਾ ਤਾਂ ਹੁੰਦਾ ਹੀ ਰਹਿੰਦਾ ਹੈਗਾ। ਪਰ ਐਤਕੀ ਜਿਹੜੀ ਸਰਕਾਰ ਹੈ ਉਹ ਵੱਖ-ਵੱਖ ਇਸ਼ੂਆਂ ਤੇ ਘਿਰਦੀ ਨਜ਼ਰ ਆਈ। ਲਾਅ ਐਂਡ ਆਰਡਰ, ਜਿਵੇਂ ਤੁਸੀਂ ਦੱਸਿਆ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਲੰਬੀਆਂ, ਫਿਰ ਉਹਨਾਂ ਦੇ ਆਪ ਦੇ ਕੈਬਨਿਟ ਮੰਤਰੀ ਕਟਾਰੂ ਚੱਕ ਦੇ ਉੱਤੇ ਵੱਡੀ ਕੰਟਰੋਵਰਸੀ ਰਹੀ, ਵੀਡੀਓਜ਼ ਦਾ ਮਾਮਲਾ ਆਇਆ, ਐਸਸੀ ਕਮਿਸ਼ਨ ਨੇ ਨੋਟ ਵੀ ਲਿਆ ਹੈਗਾ, ਦੂਜੇ ਪਾਸੇ ਧਮਾਕੇ ਵੀ ਹੋਏ ਹੈਗੇ ਆ ਅੰਮ੍ਰਿਤਸਰ ਦੇ ਅੰਦਰ। ਤਾਂ ਸੱਤਾ ਤੇ ਜਿਹੜੀ ਹੈਗੀ ਹੈ, ਕੀ ਉਹ ਕਮਜ਼ੋਰ, ਵੀਕ ਫੁਟਿੰਗ ਤੇ ਲੱਗ ਰਹੀ ਹੈ? ਦੇਖੋ, ਸੱਤਾ ਧਿਰ ਕਮਜ਼ੋਰ ਹੋਵੇ ਜਾਂ ਨਾ ਹੋਵੇ, ਮੁੱਦਾ ਉਹ ਤਾਂ ਹੈ ਹੀ ਹੈ। ਚਲੋ, ਉਹ ਇੱਕ ਇਮੀਡੀਏਟ ਜਿਹੜਾ ਫੌਰੀ ਪੋਲੀਟੀਕਲ ਇੱਕ ਡਾਇਲੋਗ ਹੈ, ਡਿਸਕੋਰਸ ਹੈ ਜਾਂ ਚਰਚਾ ਹੈ, ਉਹਦੇ ਵਿੱਚ ਉਸਨੂੰ ਡਿਸਕਸ ਕੀਤਾ ਜਾ ਸਕਦਾ। ਲੇਕਿਨ ਆਪਾਂ ਗੱਲ ਜੇ ਜ਼ਿਮਨੀ ਚੋਣ ਦੀ ਕਰੀਏ, ਉਸ ਲਈ ਪ੍ਰਚਾਰ ਦੀ ਕਰੀਏ, ਹੁਣ ਜ਼ਿਮਨੀ ਚੋਣਾਂ ਦੇ ਵਿੱਚ ਸਰਕਾਰਾਂ ਦਾ ਪੂਰਾ ਜ਼ੋਰ ਲੱਗ ਜਾਂਦਾ ਸੀ, ਹੁਣ ਵੀ ਲੱਗਦਾ, ਇਸ ਵਕਤ ਵੀ ਲੱਗਿਆ ਹੋਏਗਾ। ਸਰਕਾਰ ਦੇ ਸਾਰੇ ਮੰਤਰੀ ਵਿਧਾਇਕ ਆਪਣੇ ਆਪਣੇ ਕੰਮਕਾਜ ਛੱਡ ਕੇ ਇੱਕ ਹਲਕੇ ਉੱਤੇ ਦੇ ਦੁਆਲੇ ਹੋ ਜਾਂਦੇ ਨੇ। ਆਪਾਂ ਇਸ ਤੋਂ ਪਹਿਲਾਂ ਸੰਗਰੂਰ ਦੀ ਜ਼ਿਮਨੀ ਚੋਣ, ਜੋ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਆਪਣੀ ਲੋਕ ਸਭਾ ਦੀ ਸੀਟ ਖਾਲੀ ਕੀਤੀ, ਉਸ ਤੋਂ ਬਾਅਦ ਜਿਹੜਾ ਜ਼ਿਮਨੀ ਚੋਣ ਹੁੰਦਾ ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ, ਸਰਕਾਰ ਦੇ ਉੱਤੇ ਇੱਕ ਬਹੁਤ ਵੱਡੀ ਤੋਹਮਤ ਲੱਗ ਗਈ। ਸਰਕਾਰ ਦੇ ਉੱਤੇ ਇੱਕ ਜ਼ਿਮਨੀ ਚੋਣ ਨੂੰ ਹਾਰਨ ਦਾ ਜਿਹੜਾ ਇੱਕ ਕਲੰਕ ਹੈ, ਉਹ ਵੀ ਕੋਈ ਹਲਕਾ ਕਲੰਕ ਨਹੀਂ ਹੈ, ਉਸ ਨੂੰ ਲੈ ਕੇ ਇੰਨੇ ਸਾਲ ਤੁਰਨਾ ਹੈ। ਅਤੇ ਇੱਕ ਜ਼ਿਮਨੀ ਚੋਣ ਸਰਕਾਰ ਦੀ ਜਿਹੜੀ ਪੋਪੂਲੈਰਿਟੀ ਦਾ ਜਾਂ ਉਸ ਦੀ ਘਟਦੀ ਹੋਈ ਲੋਕਪ੍ਰਿਯਤਾ ਦਾ ਇੱਕ ਮਾਪਦੰਡ ਬਣ ਕੇ ਰਹਿ ਜਾਂਦਾ ਹੈ। ਇਹ ਇੱਕ ਬਿਲਕੁਲ ਗਲਤ ਚੀਜ਼ ਹੈ, ਕਿਉਂਕਿ ਸਰਕਾਰ ਨੂੰ 5 ਸਾਲ ਮਿਲੇ ਨੇ ਲੋਕਾਂ ਦੀ ਸੇਵਾ ਕਰਨ ਲਈ, ਕਹਿ ਲਈਏ ਆਪਣੀ ਨੀਤੀਆਂ ਨੂੰ ਲਾਗੂ ਕਰਨ ਲਈ। ਉਹਨਾਂ ਕੋਲ 5 ਸਾਲ ਦਾ ਚੁਣ ਕੇ ਉਹਨਾਂ ਨੂੰ ਲੋਕਾਂ ਨੇ ਭੇਜਿਆ। 92 ਉਹਨਾਂ ਦੇ ਵਿਧਾਇਕ ਆਏ ਹੈਗੇ ਨੇ। ਸੋ ਉਹਨਾਂ ਨੂੰ ਇਹਨਾਂ ਜ਼ਿਮਨੀ ਚੋਣਾਂ ਤੋਂ ਪ੍ਰਭਾਵਿਤ ਹੋਣ ਦੀ ਲੋੜ ਮਹਿਸੂਸ ਨਹੀਂ ਹੋਣੀ ਚਾਹੀਦੀ। ਲੇਕਿਨ ਅਨਫੋਰਚੂਨੇਟ ਬਿਟ ਇਹ ਹੈ ਕਿ ਜ਼ਿਮਨੀ ਚੋਣਾਂ ਨੂੰ ਆਪਣੀ ਸਿਆਸੀ ਸਾਖ ਦੀ ਲੜਾਈ ਸਿਆਸੀ ਪਾਰਟੀਆਂ ਬਣਾ ਕੇ ਬਹਿ ਜਾਂਦੀਆਂ ਨੇ। ਸੋ ਇਹ ਪਹਿਲਾਂ ਵੀ ਹੁੰਦਾ ਰਿਹਾ। ਇੱਕ ਜ਼ਿਮਨੀ ਚੋਣ ਲਈ ਜਿੰਨਾ ਪ੍ਰਚਾਰ ਹੁੰਦਾ ਹੈ, ਇਹਦਾ ਕਿਹਾ ਜਾਂਦਾ ਕਿ ਉਹ ਹਲਕਾ ਬਹੁਤ ਹੀ ਭਾਗਾਂ ਵਾਲਾ ਹੁੰਦਾ ਜਿੱਥੇ ਕੋਈ ਜ਼ਿਮਨੀ ਚੋਣ ਹੋਣੀ ਹੋਵੇ, ਕਿਉਂਕਿ ਉੱਥੋਂ ਦੇ ਵੋਟਰਾਂ ਦੀ ਵੀ ਪੌਬਾਰਾ ਹੋ ਜਾਂਦੀ ਹੈ, ਉੱਥੇ ਵਿਕਾਸ ਦੀ ਵੀ ਇੱਕ ਨਵੀਂ ਬਿਆਰ ਜਿਹੜੀ ਹੈ ਤੁਰ ਪੈਂਦੀ ਹੈ, ਅਤੇ ਉੱਥੇ ਕੰਮਕਾਜ ਵੀ ਬਹੁਤ ਹੋਣੇ ਸ਼ੁਰੂ ਹੋ ਜਾਂਦੇ ਨੇ। ਅਤੇ ਇੱਥੇ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਉੱਭਰੀਆਂ, ਜਿੱਥੇ ਕਿ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਡਬਲ ਇੰਜਨ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ, ਜਿਸ ਮੈਂਬਰ ਪਾਰਲੀਮੈਂਟ ਵੀ ਸਾਡਾ ਹੋਏਗਾ ਤਾਂ ਫਿਰ ਡਬਲ ਇੱਥੇ ਤਰੱਕੀ ਹੋਏਗੀ। ਅਤੇ ਜੇ ਨਹੀਂ ਚੁਣਦੇ ਹੋ ਤੁਸੀਂ ਸਾਡੀ ਪਾਰਟੀ ਦੇ ਪਾਰਲੀਮੈਂਟੇਰੀਅਨ ਨੂੰ, ਤਾਂ ਉਸ ਸਥਿਤੀ ਦੇ ਵਿੱਚ ਇੱਕ ਪ੍ਰੈਸ਼ਰ ਵੀ ਲੋਕਾਂ ਦੇ ਉੱਤੇ ਬਣਾਇਆ ਜਾਂਦਾ ਹੈ। ਸੋ ਇਹ ਚੀਜ਼ਾਂ ਪਹਿਲਾਂ ਵੀ ਸਰਕਾਰਾਂ ਦੇ ਵਕਤਾਂ 'ਚ ਹੁੰਦੀਆਂ ਰਹੀਆਂ ਨੇ। ਲੇਕਿਨ ਜ਼ਿਮਨੀ ਚੋਣਾਂ ਨੂੰ ਜਿਸ ਤਰੀਕੇ ਦਾ ਇੱਕ ਸਿਆਸੀ ਅਖਾੜਾ ਬਣਾ ਲਿਆ ਜਾਂਦਾ, ਪੂਰੇ 117 ਪੰਜਾਬ ਦੇ ਹਲਕਿਆਂ ਦੀ ਜਾਂ 13 ਇਸ ਕੰਟੈਕਸਟ ਦੇ ਵਿੱਚ 13 ਪਾਰਲੀਮੈਂਟਰੀ ਹਲਕਿਆਂ ਦੀ ਲੜਾਈ ਸਿਰਫ ਇੱਕ ਹਲਕੇ 'ਤੇ ਕੇਂਦਰਿਤ ਕਰਤੀ ਜਾਂਦੀ ਹੈ। ਸਾਰੇ ਸੰਸਾਧਨ, ਸਾਰੇ ਰਿਸੋਰਸਿਸ, ਹਰ ਕਿਸਮ ਦਾ ਜਿਹੜਾ ਜ਼ੋਰ ਹੈ ਉਸ ਸੀਟ ਨੂੰ ਜਿੱਤਣ ਜਾਂ ਹਾਰਨ ਪਿੱਛੇ ਲੱਗ ਜਾਂਦਾ ਹੈ। ਤਕਰੀਬਨ 2-2.5 ਮਹੀਨੇ ਦਾ ਸਮਾਂ ਵੇਸਟ ਹੋ ਗਿਆ। ਮੁੱਖ ਮੰਤਰੀ ਤੋਂ ਲੈ ਕੇ ਆਪਾਂ ਲਗਾ ਲਈਏ ਕਿ ਸਾਰੀਆਂ ਪਾਰਟੀਆਂ ਦੇ ਕੋਲ ਹੋਰ ਕੋਈ ਗੱਲਬਾਤ ਹੀ ਕਰਨ ਨਹੀਂ। ਅਤੇ ਜੇ ਗੱਲਬਾਤ ਵੀ ਹੋ ਰਹੀ ਹੈ, ਉਸ ਦੇ ਵਿੱਚ ਜਲੰਧਰ ਦੇ ਮੈਨੂੰ ਨਹੀਂ ਲੱਗਦਾ ਕਿ ਲੋਕਲ ਇਸ਼ੂਜ਼ ਉੱਥੇ ਵਿਚਾਰੇ ਜਾ ਰਹੇ ਨੇ, ਉੱਥੇ ਡਿਸਕਸ ਹੋ ਰਹੇ ਨੇ। ਮੁੱਦੇ ਤਾਂ ਕੁਛ ਹੋਰ ਹੀ ਚੱਲਦੇ ਪਏ ਹੋਏ ਨੇ। ਉੱਥੇ ਇੱਕ ਮੰਤਰੀ ਦੀ ਇੱਕ CD ਦਾ ਰੌਲਾ ਪੈ ਗਿਆ, ਉਸ ਨੂੰ ਵੀ ਇਸ ਮੌਕੇ 'ਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਬੜੇ ਸੈਂਸੀਟਿਵ ਟਾਈਮ 'ਤੇ ਜਾ ਕੇ ਲਿਆ ਕੇ ਖੋਲ੍ਹਿਆ ਗਿਆ। ਇੰਨੇ ਸਾਲਾਂ ਦਾ ਉਸ ਪੀੜਤ ਨੂੰ ਕਦੇ ਕੋਈ ਫਿਕਰ ਹੀ ਨਹੀਂ ਸੀ, ਉਸ ਨੂੰ ਕਦੇ ਕੋਈ ਚਿੰਤਾ ਨਹੀਂ ਹੋਈ। ਲੇਕਿਨ ਅਚਾਨਕ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਬਾਈ ਇਲੈਕਸ਼ਨ ਤੋਂ ਪਹਿਲਾਂ ਹਾਲਾਤ ਦੇਖ ਕੇ ਉਸ ਪੂਰੇ ਦੇ ਪੂਰੇ ਵਿਵਾਦ ਨੂੰ ਖੜਾ ਕਰਤਾ ਜਾਂਦਾ ਹੈ। ਉਸ ਤੋਂ ਇਲਾਵਾ ਜਿਹੜੀ ਗੱਲਾਂ ਬਾਤਾਂ ਸਰਕਾਰ ਵੱਲੋਂ ਵੀ ਇਸੇ ਤਰੀਕੇ ਦੀਆਂ ਲੋਂਬੜ ਚਾਲਾਂ ਚੱਲੀਆਂ ਜਾ ਰਹੀਆਂ। ਜੇ ਵਿਰੋਧੀ ਧਿਰਾਂ ਘੱਟ ਨਹੀਂ ਤਾਂ ਸਰਕਾਰ ਵੀ ਆਪਣੇ ਪੈਂਤੜੇ ਬਖੂਬੀ ਅਜ਼ਮਾ ਰਹੀ ਹੈ। ਲੇਕਿਨ ਇਹਦੇ ਵਿੱਚ ਅਨਫੋਰਚੂਨੇਟ ਬਿਟ ਹੈ ਕਿ ਇਹ ਇੱਕ ਮਿਸਲੀਡਿੰਗ, ਲੋਕਾਂ ਨੂੰ ਭ੍ਰਮਿਤ ਕਰਨ ਵਾਲੀ ਹੈ, ਲੋਕਾਂ ਨੂੰ ਭਟਕਾਉਣ ਵਾਲੀ ਰਾਜਨੀਤੀ ਹੈ, ਜੋ ਕਿ ਸਾਰੀ ਪੰਜਾਬ ਦੀ ਸਿਆਸੀ ਪਾਰਟੀਆਂ ਇੱਕੋ ਲੈਵਲ ਦੇ ਉੱਤੇ ਇੱਕੋ ਮਕਸਦ ਦੇ ਨਾਲ ਖੇਡ ਰਹੀਆਂ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਲ ਸਰੋਕਾਰਾਂ ਤੋਂ ਲੋਕਾਂ ਦਾ ਧਿਆਨ ਹਟੇ ਅਤੇ ਇਸ ਪ੍ਰਚਾਰ ਵੱਲ, ਉਹ ਕੂੜ ਪ੍ਰਚਾਰ ਕਹਿ ਲਓ, ਦੁਸ਼ਪ੍ਰਚਾਰ ਕਹਿ ਲਓ, ਭਟਕਾਉਣ ਵਾਲਾ ਪ੍ਰਚਾਰ ਕਹਿ ਲਓ, ਸਿਰਫ ਇਸ ਵਾਸਤੇ ਵਿਰੋਧੀ ਪਾਰਟੀਆਂ ਦਾ ਅੱਜ ਜ਼ੋਰ ਲੱਗਾ ਹੋਇਆ ਹੈ ਕਿ ਇੱਕ ਹੋਰ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਹਾਰੇ ਅਤੇ ਪੰਜਾਬ ਦੇ ਵਿੱਚ ਮਾਹੌਲ ਅਜਿਹਾ ਬਣੇ ਕਿ ਆਮ ਆਦਮੀ ਪਾਰਟੀ ਨੂੰ 5 ਸਾਲ ਤੋਂ ਪਹਿਲਾਂ ਕਿਸੇ ਤਰੀਕੇ ਦੇ ਨਾਲ ਅਸੀਂ ਲਾ ਸਕੀਏ, ਜਦੋਂ ਕਿ ਨਿਊਮੈਰੀਕਲ ਮੈਜੋਰਿਟੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈ। ਅਤੇ ਦੂਸਰੇ ਪਾਸੇ ਇਹੀ ਜਿਹੜਾ ਇੱਕ ਗਿਲਟੀ ਕੌਨਸ਼ੀਅਸ ਹੁੰਦਾ, ਇੱਕ ਸਿੰਡਰੋਮ ਹੁੰਦਾ ਹੈ, ਜਿਹਦੇ ਵਿੱਚ ਕਿ ਸਰਕਾਰਾਂ ਨੂੰ ਲੱਗਦਾ ਹੈ ਕਿ ਕਿਤੇ ਅਸੀਂ ਹਾਰ ਨਾ ਜਾਈਏ। ਅਤੇ ਜੇ ਜ਼ਿਮਨੀ ਚੋਣ ਦੇ ਵਿੱਚ ਹੋਰ ਹਾਰ ਹੋ ਗਈ ਸੰਗਰੂਰ ਤੋਂ ਬਾਅਦ, ਤਾਂ ਮੈਨੂੰ ਲੱਗਦਾ ਉਸ ਤੋਂ ਬਾਅਦ ਤਾਂ ਇੱਕ ਆਫਤ ਹੀ ਆ ਜਾਣੀ ਹੈ, ਉਸ ਤੋਂ ਬਾਅਦ ਤਾਂ ਅੰਤ ਹੀ ਹੋ ਜਾਣਾ ਦੁਨੀਆ ਦਾ। ਸੋ ਇਸ ਤਰੀਕੇ ਦੀਆਂ ਮਾਨਸਿਕਤਾਵਾਂ ਦੇ ਨਾਲ ਸਾਡੇ ਪੋਲੀਟੀਸ਼ੀਅਨ ਚੋਣ ਮੈਦਾਨ ਵਿੱਚ ਨੇ। ਸਰਕਾਰਾਂ ਦਾ ਧਿਆਨ ਆਪਣੇ ਕੰਮਾਂ ਕਾਜਾਂ ਦੇ ਵਿੱਚ ਨਹੀਂ ਹੈ, ਲੋਕਲ ਇਸ਼ੂਜ਼ ਦੀ ਕੋਈ ਗੱਲਬਾਤ ਨਹੀਂ ਹੈਗੀ ਹੈ। ਸਾਰੀ ਦੀ ਸਾਰੀ ਰਾਜਨੀਤੀ ਵਰਚਸਵ ਦੀ ਲੜਾਈ ਹੈ, ਇੱਕ ਦੂਸਰੇ ਨਾਲੋਂ ਲੱਤ ਆਪਣੀ ਉੱਤੇ ਰੱਖਣਾ ਅਤੇ ਬਰਾਉਨੀ ਪੁਆਇੰਟ, ਜਿਹੜੇ ਪੋਲੀਟੀਕਲ ਬਰਾਉਨੀਜ਼ ਜਿਹਨੂੰ ਕਹਿੰਦੇ ਹੈ,
ਉਹ ਸਕੋਰ ਕਰਨ ਦੀ ਰਾਜਨੀਤੀ ਹੈ। ਹੋਰ ਇਸ ਤੋਂ ਇਲਾਵਾ ਇਸ ਜ਼ਿਮਨੀ ਚੋਣ ਦਾ ਕੋਈ ਮਕਸਦ ਤੇ ਮਨੋਰਥ ਨਹੀਂ। ਤੇ ਸਵਾਲ ਮੈਨੂੰ ਕਈ ਵਾਰ ਕੁਐਸਚਨ ਇਹ ਵੀ ਮਨ ਦੇ ਵਿੱਚ ਆਉਂਦਾ ਕਿ ਇਸ ਜ਼ਿਮਨੀ ਚੋਣ ਦੀ ਲੋੜ ਹੀ ਕੀ ਸੀ, ਕਿਉਂਕਿ ਸਾਲ ਬਾਅਦ ਆਪਾਂ ਇਸੇ ਸੀਟ ਦੇ ਉੱਤੇ ਦੁਬਾਰਾ ਚੋਣ ਹੁੰਦੇ ਹੋਏ ਦੇਖਾਂਗੇ। ਜੀ ਠੀਕ ਹੈ, ਤੁਹਾਡੀ ਗੱਲ ਵੀ ਵਿਰੋਧੀ ਧਿਰਾਂ ਸਭ ਦਾ ਜ਼ੋਰ ਲੱਗਿਆ ਹੋਇਆ, ਧਿਰਾਂ ਵੀ ਐਤਕੀ ਵੱਧ ਗਈਆਂ ਨੇ। ਬੀਜੇਪੀ ਨੇ ਆਪਣਾ ਪੂਰਾ ਜ਼ੋਰ ਲਾਇਆ ਹੈ, ਹਾਲਾਂਕਿ ਕਰਨਾਟਕਾ 'ਚ ਇਲੈਕਸ਼ਨ ਹੋ ਰਹੀ ਹੈ, ਪਰ ਸੇਮ ਟਾਈਮ ਉਹਨਾਂ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹ ਸਾਰੀ ਹੀ ਪੰਜਾਬ ਆ ਰਹੀ ਹੈ। ਉਹਨੇ ਸਾਰੇ ਵੱਡੇ ਮੰਤਰੀ ਸੰਤਰੀ ਇੱਥੇ ਜਲੰਧਰ 'ਚ ਡੇਰਾ ਲਾਇਆ ਹੋਇਆ। ਇੰਨੀ ਇੰਪੋਰਟੈਂਸ ਬੀਜੇਪੀ ਵੱਡੇ ਪੱਧਰ ਤੇ ਜ਼ਿਮਨੀ ਚੋਣ ਨੂੰ ਦੇ ਰਹੀ ਹੈ। देखो बीजेपी ने इंपॉर्टेंस देनी है, क्योंकि बीजेपी शायद 2027 ਲਈ अपने कार्ड खेलना चाह रही है। बीजेपी हर वो चीज़ करना चाह रही है जो कि उसकी भविख ਦੀ ਜਿਹੜੀ ਸਿਆਸੀ ਪਿਚ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਉਸ ਦੀ ਮਦਦ ਕਰੇ। ਲੇਕਿਨ ਇੱਥੇ ਤੁਸੀਂ ਜਿਹੜੀ ਗੱਲ ਸਵਾਲ ਪੁੱਛਿਆ ਉੱਥੋਂ ਮੈਨੂੰ ਇੱਕ ਹੋਰ ਮਹੱਤਵਪੂਰਨ ਇੱਕ ਪੱਖ ਜਿਹੜਾ ਯਾਦ ਹੈ, ਜੋ ਕਿ ਮੈਂ ਪਹਿਲਾਂ ਵੀ ਜ਼ਿਕਰ ਕਰਨਾ ਚਾਹੁੰਦਾ ਸੀ। ਮੁੱਦਾ ਹੈ ਕਿ ਜਿਹੜੇ ਆਪਾਂ ਲੀਡਰਾਂ ਨੂੰ ਦਲ ਬਦਲਦਾ ਹੋਇਆ ਵੇਖਿਆ ਇਸ ਜ਼ਿਮਨੀ ਚੋਣ ਤੋਂ ਪਹਿਲਾਂ। ਅਕਸਰ ਇਲੈਕਸ਼ਨਾਂ ਦੇ ਮੌਸਮ ਦੇ ਵਿੱਚ ਇਹੋ ਜਿਹੀ ਦਲ ਬਦਲੀ ਹੁੰਦੀ ਹੈ, ਲੇਕਿਨ ਹੁਣ ਜ਼ਿਮਨੀ ਚੋਣ ਦੇ ਵਿੱਚ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਦਾ। ਦੇਖੋ ਰੂਲਿੰਗ ਪਾਰਟੀ ਐਡੀ ਥੰਪਿੰਗ ਮੈਜੋਰਿਟੀ ਨਾਲ ਜਿੱਤ ਕੇ ਆਈ ਹੋਈ ਪਾਰਟੀ, ਜਿਸ ਦੀ ਸਰਕਾਰ ਹੋਵੇ, ਉਸ ਨੂੰ ਕੋਈ ਸਥਾਨਕ ਲੀਡਰ ਅਜਿਹਾ ਨਹੀਂ ਮਿਲਿਆ। ਕਾਂਗਰਸ ਤੋਂ ਲੀਡਰ ਨੂੰ ਤੋੜ ਕੇ ਉਸ ਨੂੰ ਕਾਂਗਰਸ 'ਚ ਆਪਣੇ ਨਾਲ ਸ਼ਾਮਲ ਕਰਕੇ ਤੇ ਕਿੰਨੇ ਮਹੀਨੇ ਤੇ ਕਿੰਨੇ ਸਾਲ ਉਸਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚੱਲਣਾ ਹੈ। ਤੇ ਸੱਤਾ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਕੋਲ ਹੈ ਉਨੀ ਦੇਰ ਤੱਕ ਇਹ ਜਿਹੜੇ ਲੀਡਰ ਕਾਂਗਰਸ ਛੱਡ ਕੇ ਇੱਥੇ ਆ ਗਏ ਨੇ ਇਹ ਪਾਰਟੀ ਦੇ ਨਾਲ ਰਹਿਣਗੇ। ਲੇਕਿਨ ਉਸ ਤੋਂ ਬਾਅਦ ਕੀ ਇਹਨਾਂ ਦਾ ਭਵਿੱਖ ਹੋਏਗਾ, ਕੀ ਇਹ ਵਾਪਸ ਕਾਂਗਰਸ ਦੇ ਵਿੱਚ ਜਾਣਾ ਪਸੰਦ ਕਰਨਗੇ। ਉਧਰ ਆਪਾਂ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਵੇਖਿਆ ਵੀ ਬੀਜੇਪੀ ਨੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ, ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਤਾ। ਉਹਨਾਂ ਦੇ ਪਿਤਾ ਚਰਨਜੀਤ ਅਟਵਾਲ ਇੱਕ ਟਕਸਾਲੀ ਅਕਾਲੀ ਰਹੇ। ਸੋ ਆ ਜਿਹੜੀ ਦਲ ਬਦਲੀਆਂ ਹੋ ਰਹੀਆਂ ਨੇ, ਹੋਰ ਵੀ ਚੀਜ਼ਾਂ ਹੋਰ ਵੀ ਲੀਡਰ ਇੱਧਰ ਉੱਧਰ ਹੋ ਰਹੇ ਨੇ। ਸੋ ਬਹੁਤ ਹੀ ਹੈਰਾਨ ਕਰ ਦਿੰਦੀ ਹੈ ਕਿ ਇੰਨੀ ਇੱਕ ਜ਼ਿਮਨੀ ਚੋਣ ਲਈ, ਉਹ ਵੀ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਲਈ, ਇਸ ਤਰੀਕੇ ਦੀ ਉਧੇੜ ਬੁੰਦ ਦੇ ਵਿੱਚ ਇਹ ਸਿਆਸੀ ਪਾਰਟੀ ਤੇ ਲੀਡਰ ਲੱਗੇ ਹੋਏ ਨੇ ਤੇ ਸਟੇਕਸ ਕਿੰਨੀਆਂ ਹਾਈ ਹੋਣੀਆਂ ਨੇ। ਤੁਸੀਂ ਸੋਚੋ ਕਿ ਮਤਲਬ ਇੱਕ ਲੀਡਰ ਨੂੰ ਆਪਣੇ ਨਾਲ ਸ਼ਾਮਲ ਕਰਾਇਆ, ਉਸ ਨੂੰ ਕਿਸ ਤਰੀਕੇ ਦੇ ਸਬਜ਼-ਬਾਗ ਦਿਖਾਏ ਗਏ ਹੋਣੇ, ਕਿਸ ਤਰੀਕੇ ਦੇ ਪ੍ਰਲੋਭਨ ਦਿੱਤੇ ਗਏ, ਲਾਲਚ ਦਿੱਤੇ ਗਏ ਹੋਣੇ ਹੈ। ਉਹਦੇ ਵੀ ਆਪਣੇ ਕੀ ਮੁਫਾਦ ਹੋਣੇ ਕਿ ਆਪਣੀ ਪਾਰਟੀਆਂ ਨੂੰ ਛੱਡ ਕੇ ਉਹ ਸੱਤਾਧਾਰੀ ਪਾਰਟੀ ਦੇ ਨਾਲ ਸ਼ਾਮਲ ਹੋ ਰਿਹਾ। ਤੇ ਸੱਤਾਧਾਰੀ ਪਾਰਟੀ ਦੇ ਵਿੱਚ ਕੀ ਉਹ ਕੌਨਫੀਡੈਂਸ ਖਤਮ ਹੋ ਚੁੱਕਾ ਹੈ 1.5 ਸਾਲ 1.25 ਸਾਲ ਦੀ ਆਪਣੀ ਕਾਰਗੁਜ਼ਾਰੀ ਤੋਂ ਬਾਅਦ, ਜਿਸ ਦੇ ਚੱਲਦੇ ਉਹ ਕਿਹਾ ਜਾਂਦਾ ਸੀ, ਕਹਿੰਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਲਿਆਵਾਂਗੇ, ਟਿਕਟ ਦਾਂਗੇ, ਮੈਦਾਨ ਵਿੱਚ ਉਤਾਰਾਂਗੇ। ਤੇ ਇਹ ਤਾਂ ਸਰਕਾਰ ਦਾ ਬੈਨਰ ਇਹਨਾਂ ਦੇ ਨਾਲ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਿਸ ਪਾਰਟੀ ਦੇ ਨਾਲ ਹੋਵੇ, ਉਹ ਤਾਂ ਗਲੀ ਦੇ ਵਿੱਚੋਂ ਕਿਸੇ ਬੰਦੇ ਨੂੰ ਫੜ ਕੇ ਵੀ ਜੇ ਉੱਥੇ ਚੋਣ ਲੜਾਉਂਦਾ ਤੇ ਸਰਕਾਰ ਨੂੰ ਆਪਣੇ ਆਪ ਵਿੱਚ ਕੌਨਫੀਡੈਂਸ ਹੁੰਦਾ, ਮੈਨੂੰ ਲੱਗਦਾ ਮੁਕਾਬਲਾ ਅਜਿਹਾ ਹੀ ਦੇਣਾ ਸੀ। ਲੇਕਿਨ ਫਿਰ ਵੀ ਤੁਸੀਂ ਵੇਖੋ ਵੀ ਜਾਤੀਗਤ ਸਮੀਕਰਨ ਹੈਗੇ ਨੇ, ਲੋਕਲ ਲੈਵਲ ਦੇ ਉੱਤੇ ਲੀਡਰਾਂ ਦਾ ਜਿਹੜਾ ਆਪਣਾ ਕਲਟ ਹੁੰਦਾ, ਉਹ ਸਾਰੀਆਂ ਚੀਜ਼ਾਂ ਕਿੱਡੇ ਭਾਰੂ ਫੈਕਟਰ ਨੇ। ਤੇ ਫਿਰ ਜਿਹੜੀ ਦਲ ਬਦਲੀ ਹੋ ਰਹੀ ਹੈ ਲੀਡਰਾਂ ਲਈ, ਆ ਜਿਹੜਾ ਪਾਰਟੀਆਂ ਛੱਡ ਕੇ ਹੁਣ ਇਹ ਮੰਗ ਉੱਠਣੀ ਸ਼ੁਰੂ ਹੋਈ ਸੀ ਕਿ ਚੋਣਾਂ ਦੇ ਮੌਸਮ ਦੇ ਵਿੱਚ ਇਹ ਦਲ ਬਦਲੀਆਂ ਕਿਉਂ ਹੁੰਦੀਆਂ ਨੇ। ਕੋਈ ਕਾਨੂੰਨ ਬਣਨਾ ਚਾਹੀਦਾ ਹੈ, ਕੋਈ ਡਿਕਲੇਰੇਸ਼ਨ ਅਜਿਹੀ ਦਿਓ ਕਿ ਚੋਣਾਂ ਦੇ ਮੌਸਮ ਤੋਂ ਕੁਝ ਸਮਾਂ ਪਹਿਲਾਂ ਤੱਕ, ਈਵਨ ਇੱਥੇ ਤੱਕ ਤਾਂ ਆਖਰੀ ਮੌਕੇ ਤੱਕ ਪਾਰਟੀਆਂ ਬਦਲੀਆਂ ਜਾਂਦੀਆਂ ਰਹੀਆਂ ਨੇ। ਕੋਈ ਅਜਿਹਾ ਕੋਡ ਆਫ ਕੰਡਕਟ ਦਾ ਕੂਲਿੰਗ ਪੀਰੀਅਡ ਤਾਂ ਹੋਵੇ ਜਿਸ ਤੋਂ ਬਾਅਦ ਪਾਰਟੀਆਂ ਜਾਂ ਦਲ ਬਦਲਣ ਉੱਤੇ ਮਨਾਹੀ ਲੱਗੇ। ਹੁਣ ਇਸ ਚੀਜ਼ ਦੀ ਮੰਗਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਸੋ ਬਹੁਤ ਹੀ ਅਨਫੋਰਚੂਨੇਟ ਹੈ ਕਿ ਜਿਹੜੀਆਂ ਰਵਾਇਤਾਂ ਜਾਂ ਜਿਹੜੀ ਟ੍ਰੈਡੀਸ਼ਨਸ ਲੈ ਕੇ ਇਹਨਾਂ ਚੋਣਾਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਉਤਰੀਆਂ ਨੇ, ਇਹ ਪਾਰਟੀ ਵਿਦ ਡਿਫਰੈਂਸ ਜਿਹੜੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਸੀ, ਉਹ ਕਿਤੇ ਵੀ ਪਾਰਟੀ ਵਿਦ ਡਿਫਰੈਂਸ ਨਜ਼ਰ ਹੀ ਨਹੀਂ ਆ ਰਹੀ ਹੈ। ਤੇ ਹੋਰ ਪਾਰਟੀਆਂ ਤਾਂ ਪਹਿਲਾਂ ਹੀ ਉਹਨਾਂ ਦਾ ਦਾਮਨ ਜਿਹੜਾ ਸੀਗਾ ਉਹ ਉਨਾ ਹੀ ਦਾਗਦਾਰ ਸੀਗਾ ਜਿੰਨਾ ਕਿ ਅੱਜ ਸੱਤਾਧਾਰੀ ਧਿਰ ਦਾ ਦਾਮਨ ਦਾਗਦਾਰ ਨਜ਼ਰ ਆ ਰਿਹਾ। ਸੋ ਕਹਿੰਦੇ ਨੇ ਕਿ ਹਮਾਮ ਦੇ ਵਿੱਚ ਸਾਰੇ ਇੱਕੋ ਜਿਹੇ ਨੰਗੇ ਹੈਗੇ ਨੇ। ਅੱਜ ਕੋਈ ਕਹਿ ਦੇਵੇ ਜੀ ਕਿ ਮੈਂ ਤੁਹਾਡੇ ਨਾਲੋਂ ਜ਼ਿਆਦਾ ਇਮਾਨਦਾਰ ਹਾਂ, ਮੈਂ ਕੱਟੜ ਇਮਾਨਦਾਰ ਹਾਂ, ਉਹ ਸਾਰੀਆਂ ਗੱਲਾਂ ਬਾਤਾਂ ਰਹਿ ਗਈਆਂ। ਹੁਣ ਸਭ ਨੂੰ ਦਿਸਦਾ ਪਿਆ ਤੁਸੀਂ ਕਿਸ ਤਰੀਕੇ ਦੇ ਨਾਲ ਲੀਡਰਾਂ ਨੂੰ ਦੂਸਰੀ ਪਾਰਟੀਆਂ ਤੋਂ ਆਪਣੇ ਨਾਲ ਸ਼ਾਮਲ ਕਰਵਾਉਂਦੇ ਹੋ, ਚੋਣਾਂ ਲੜਵਾਉਂਦੇ ਹੋ। ਤੇ ਚੋਣਾਂ ਦੇ ਵਿੱਚ ਕਿਹੜੇ ਪੈਂਤੜੇ ਹੱਥਕੰਡੇ ਕਿਸੇ ਵੀ ਸਿਆਸੀ ਪਾਰਟੀ ਦੀ ਜਦੋਂ ਵੀ ਸਰਕਾਰ ਰਹੀ, ਉਸ 'ਤੇ ਜ਼ਿਮਨੀ ਚੋਣਾਂ ਦੇ ਵਿੱਚ ਜਿਹੜੇ ਹੱਥਕੰਡੇ ਅਪਣਾਏ, ਉਹ ਇਸ ਵਕਤ ਆਮ ਆਦਮੀ ਪਾਰਟੀ ਦੀ ਜਿਹੜੀ ਰੂਲਿੰਗ ਪਾਰਟੀ ਹੈ ਉਸਨੇ ਅਪਣਾਏ ਹੈਗੇ ਨੇ। ਸੋ ਫਰਕ ਕੀ ਰਿਹਾ, ਵੇਅਰ ਇਜ਼ ਦ ਡਿਫਰੈਂਸ? ਤੇ ਜਿਵੇਂ ਨੌਜਵਾਨਾਂ ਨੂੰ ਵੀ ਉੱਥੇ ਡਰਾਇਆ ਧਮਕਾਇਆ ਗਿਆ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਪੋਸਟਰ ਚੱਕੇ ਸੀ, ਫੋਟੋਆਂ ਚੱਕੀਆਂ ਸੀ, ਜਾਂ ਇਕੱਠ ਨਹੀਂ ਹੋਣ ਦੇਣਾ ਜਿੱਥੇ ਵੀ ਸਿੱਧੂ ਮੂਸੇਵਾਲੇ ਦੇ ਮਾਪਿਓ ਜਾ ਰਹੇ ਸੀਗੇ, ਇਹ ਵੀ ਬਦਲਾਵ ਦੀ ਤਾਂ ਕੋਈ ਨਿਸ਼ਾਨੀ ਨਹੀਂ ਹੋਈ। ਦੇਖੋ ਜੀ, ਆਪਾਂ ਚਲੋ ਇਸ ਨੂੰ ਜੇ ਆਪਾਂ ਪੋਲੀਟੀਕਲੀ ਉਸ ਐਂਗਲ ਦੇ ਨਾਲ ਨਾ ਵੀ ਵੇਖੀਏ, ਲੇਕਿਨ ਇੱਕ ਇੰਨੇ 100 ਕਿਲੋਮੀਟਰ ਦੂਰੋਂ ਮਾਨਸੇ ਤੋਂ ਆ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲੰਧਰ ਦੀ ਸਿਆਸਤ ਦੇ ਵਿੱਚ ਕਿੰਨਾ ਕੁ ਫਰਕ ਪਾ ਸਕਦੇ ਹੈ। ਉਹ ਸਿੱਧੂ ਮੂਸੇਵਾਲਾ ਜੋ ਕਿ ਆਪਣੇ ਹਲਕੇ ਦੇ ਵਿੱਚ ਚੋਣ ਹਾਰ ਗਿਆ ਸੀ, ਤੁਸੀਂ ਇਮੈਜਿਨ ਕਰੋ, ਹੀ ਲੋਸਟ ਹਿਜ਼ ਓਨ ਇਲੈਕਸ਼ਨ, ਉਹ ਵੀ ਇੱਕ ਵਿਧਾਨ ਸਭਾ ਦਾ ਇਲੈਕਸ਼ਨ। ਉਸ ਦੇ ਪਿਤਾ ਤੋਂ ਅੱਜ ਡਰ ਇਸ ਲੈਵਲ ਤੇ ਹੈ ਕਿ ਉਹ ਜਲੰਧਰ ਦੇ ਵਿੱਚ ਆ ਕੇ ਜਲੰਧਰ ਦੇ ਲੋਕ ਸਭਾ ਦੇ ਸੀਟ ਨੂੰ ਪ੍ਰਭਾਵਿਤ ਕਰਨਗੇ। ਤੇ ਜੇ ਇਹ ਡਰ ਹੈ ਤੇ ਤੁਹਾਨੂੰ ਇੱਦਾਂ ਹੀ ਲੱਗਦਾ ਕਿ ਬਾਹਰੋਂ ਆ ਕੇ ਲੋਕ ਤੁਹਾਡੇ ਇਲੈਕਸ਼ਨਾਂ ਨੂੰ ਜਾਂ ਲੋਕਲ ਲੈਵਲ ਦੀ ਰਾਜਨੀਤੀ ਨੂੰ
ਪ੍ਰਭਾਵਿਤ ਕਰ ਸਕਦੇ ਨੇ। ਇਟ ਮੀਨਸ ਕਿ ਤੁਸੀਂ ਲੋਕਲ ਲੈਵਲ ਤੇ ਕੁਝ ਕਰ ਨਹੀਂ ਪਾਏ ਹੋ, ਤੁਸੀਂ ਉਸ ਤਰੀਕੇ ਦੇ ਤੁਹਾਡੇ ਕੋਲ ਲੀਡਰ ਨਹੀਂ ਹੈ ਜਿਨ੍ਹਾਂ ਦੇ ਵਿੱਚ ਤੁਹਾਡਾ ਵਿਸ਼ਵਾਸ ਹੋਵੇ। ਨਹੀਂ ਤਾਂ ਬਲਕੌਰ ਸਿੰਘ ਛੱਡੋ, ਬਲਕੌਰ ਸਿੰਘ ਦੇ ਨਾਲ ਦੇ ਜੇ 4 ਜਾਂ 5 10 ਬੰਦੇ ਹੋਰ ਵੀ ਮੈਦਾਨ ਵਿੱਚ ਪ੍ਰਚਾਰ ਕਰਦੇ ਤੁਹਾਡੇ ਖਿਲਾਫ ਘੁੰਮ ਰਹੇ ਹੋਣ, ਜੇ ਸਰਕਾਰ ਨੇ ਆਪਣੇ ਕੰਮ ਸਹੀ ਕੀਤੇ ਹੋਣ, ਉਹਨਾਂ ਦੀ ਨੀਅਤ ਸਾਫ਼ ਹੋਵੇ ਤੇ ਉਹਨਾਂ ਕੋਲ ਕੈਂਡੀਡੇਟ ਚੰਗੀ ਅਕਸ ਵਾਲੇ ਮਜ਼ਬੂਤ ਹੋਣ, ਤਾਂ ਉਹਨਾਂ ਨੂੰ ਇਸ ਤਰੀਕੇ ਦੀ ਗੱਲਬਾਤ ਦੀ ਲੋੜ ਨਹੀਂ ਪੈਂਦੀ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਤੁਸੀਂ ਇਹਦੇ ਵਿੱਚ ਵਿਰੋਧੀ ਧਿਰਾਂ ਦਾ ਵੀ ਵਤੀਰਾ ਦੇਖ ਲਓ। ਮੈਂ ਕਹਾਂਗਾ ਵੀ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਠੀਕ ਹੈ ਸਰਕਾਰ ਜਿਸ ਮੈਂ ਕਹਾਂਗਾ ਇਸ ਨੂੰ ਇਨਫੀਰੀਅਰਿਟੀ ਕੰਪਲੈਕਸ ਤੋਂ ਗ੍ਰਸਤ ਹੈ, ਜਿਸ ਦੇ ਚੱਲਦਿਆਂ ਉਸ ਨੂੰ ਡਰ ਇੰਨਾ ਹੈ ਕਿ ਇਲੈਕਸ਼ਨ ਅਸੀਂ ਹਾਰ ਨਾ ਜਾਈਏ। ਲੇਕਿਨ ਵਿਰੋਧੀ ਧਿਰਾਂ ਦੇ ਵੀ ਵਤੀਰੇ ਠੀਕ ਨਹੀਂ, ਜਿਹੜੇ ਮੁੱਦਿਆਂ ਨੂੰ ਉਹ ਬਾਹਰ ਰਹੇ ਨੇ, ਚੁੱਕ ਰਹੇ ਨੇ, ਚਾਹੇ ਕੋਈ ਕਥਿਤ ਵੀਡੀਓ ਕਲਿੱਪ ਦੀ ਗੱਲ ਹੋਵੇ, ਚਾਹੇ ਕੋਈ ਹੋਰ ਮੁੱਦਾ ਹੋਵੇ। ਇਹ ਮੁੱਦੇ ਨਹੀਂ ਹੈਗੇ ਨੇ ਜੋ ਕਿ ਜਲੰਧਰ ਦੀ ਜਨਤਾ ਹੈ, ਜਲੰਧਰ ਲੋਕ ਸਭਾ ਸੀਟ ਦੇ ਜ਼ਿਮਨੀ ਚੋਣ ਜਾਂ ਕਿਸੇ ਵੀ ਚੋਣ ਦੇ ਵਿੱਚ ਵਿਚਾਰੇ ਜਾਣੇ ਚਾਹੀਦੇ ਸੀ। ਇਹ ਠੀਕ ਹੈ, ਜਨਰਲ ਇਲੈਕਸ਼ਨਸ ਦਾ ਇੱਕ ਕਾਰਨ ਹੋ ਸਕਦੇ ਨੇ, ਉੱਥੇ ਉਹਦੇ ਵਿੱਚ ਇਹ ਇਸ਼ੂਜ਼ ਮੈਟਰ ਕਰ ਸਕਦੇ ਨੇ। ਲੇਕਿਨ ਜਦੋਂ ਤੁਸੀਂ ਇੱਕ ਹਲਕੇ ਦੀ ਗੱਲ ਕਰ ਰਹੇ ਹੋ, ਉਸ ਦੇ ਵਿਕਾਸ ਦੇ ਉੱਤੇ ਤੁਸੀਂ ਨਹੀਂ ਆ ਰਹੇ ਹੋ, ਉਸ ਦੇ ਲਈ ਤੁਸੀਂ ਕੀ ਕੰਮ ਕੀਤੇ, ਕੀ ਨਹੀਂ ਕਰ ਪਾਏ, ਇਹ ਇਸ਼ੂ ਹੀ ਨਹੀਂ ਹੈਗੇ ਨੇ ਇਸ ਵਕਤ। ਇਸ ਵਕਤ ਦਾ ਮੁੱਦਾ ਕੁਝ ਹੋਰ ਬਣਿਆ ਹੋਇਆ। ਜਿਹੜੀ ਪਾਰਟੀਆਂ ਦੇ ਸਾਂਸਦ ਸੀਗੇ, ਉਹ ਪਾਰਟੀਆਂ ਦੇ ਆਪਣੇ ਜਿਹੜੇ ਉਮੀਦਵਾਰਾਂ ਨੂੰ ਸੱਤਾਧਾਰੀ ਧਿਰ ਆਪਣੀ ਗੋਦੀ 'ਚ ਬਿਠਾ ਕੇ ਟਿਕਟਾਂ ਦਿੰਦੀ ਹੈ ਤੇ ਉਹਨਾਂ ਤੋਂ ਇਲੈਕਸ਼ਨ ਲੜਾਉਂਦੀ ਹੈ। ਸੋ ਕਿਤੇ ਨਾ ਕਿਤੇ ਟੋਟਲੀ ਆਪਾਂ ਕਹਿੰਦੇ ਨਾ ਲੀਹ ਤੋਂ ਲੱਥੀ ਹੋਈ ਇੱਕ ਪੋਲੀਟੀਕਲ ਜਮਾਤ ਦੀ ਸਾਡੀ ਇੱਕ ਸੋਚ ਹੈਗੀ ਹੈ, ਤੇ ਜਿਸ ਦੇ ਵਿੱਚ ਸਾਰੀ ਪਾਰਟੀਆਂ ਇੱਕੋ ਲੈਵਲ ਤੇ ਨੀਵੇਂ ਡਿੱਗੀਆਂ ਹੋਈਆਂ ਨੇ। ਜੀ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਰਿਤੇਸ਼ ਲੱਖੀ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।